ਇੱਕ ਘਰ ਜਿਸ ਦੇ ਵਿੱਚ ਪਿਤਾ ਵਰਿੰਦਰ ਆਪਣੀ ਪਤਨੀ ਅਤੇ ਧੀ ਦੇ ਨਾਲ ਰਹਿੰਦੇ ਸੀ। ਬੜੇ ਹੀ ਅਮੀਰ ਅਤੇ ਅਸਰ ਰਸੂਖ ਰੱਖਣ ਵਾਲਾ ਇਹ ਪਰਿਵਾਰ ਸੀ। ਘਰ ਦੇ ਹੇਠਾਂ ਹੀ ਕਿੰਨੀਆਂ ਹੀ ਦੁਕਾਨਾਂ ਬਣੀਆਂ ਹੋਈਆਂ ਸੀ ਜੋ ਕਿ ਕੁਝ ਉਹਨਾਂ ਨੇ ਆਪਣੇ ਕੋਲ ਰੱਖੀਆਂ ਸੀ ਅਤੇ ਕੁਝ ਕਿਰਾਏ ਦੇ ਉੱਪਰ ਦਿੱਤੀਆਂ ਹੋਈਆਂ ਸੀ। ਚੰਗਾ ਭਲਾ ਪੈਸਾ ਘਰ ਦੇ ਵਿੱਚ ਆ ਰਿਹਾ ਸੀ, ਕਿਸੇ ਚੀਜ਼ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਸੀ। ਕਰੋੜਪਤੀ ਪਰਿਵਾਰ ਸੀ ਇਹ। ਪਰ ਫਿਰ ਪਤਾ ਲੱਗਦਾ ਹੈ ਕਿ ਇੱਕ ਦਿਨ ਇਸੇ ਘਰ ਦੇ ਵਿੱਚੋਂ ਤਿੰਨਾਂ ਦੀਆਂ ਹੀ ਮ੍ਰਿਤਕ ਦੇਹਾਂ ਮਿਲਦੀਆਂ ਨੇ। ਪੌੜੀਆਂ ਦੇ ਉੱਪਰੋਂ ਕੁੜੀ ਦੀ ਮ੍ਰਿਤਕ ਦੇ ਮਿਲੀ ਅਤੇ ਕਮਰੇ ਦੇ ਵਿੱਚੋਂ ਮਾਂ ਤੇ ਪਿਓ ਦੀ। ਇਹ ਸਾਰੀ ਘਟਨਾ ਨੂੰ ਸੁਲਝਾਉਣ ਦੀ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਇੱਕ ਕੰਧ ਦੇ ਉੱਪਰ ਲਿਖਿਆ ਹੁੰਦਾ ਹੈ ਬਹੂ ਅਤੇ ਬੇਟਾ। ਪਰਿਵਾਰਿਕ ਮੈਂਬਰ ਆਖਿਰਕਾਰ ਅਜਿਹਾ ਕਿਉਂ ਲਿਖਣਗੇ ਅਤੇ ਸਾਰੀ ਘਟਨਾ ਕੀ ਹੋਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਜਦੋਂ ਇਹ ਸਾਰਾ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇਸ ਪਰਿਵਾਰ ਦੇ ਵਿੱਚ ਵਰਿੰਦਰ ਦਾ ਇੱਕ ਪੁੱਤ ਵੀ ਸੀ ਤੇ ਉਸ ਨੂੰ ਬੇਦਖਲ ਕੀਤਾ ਹੋਇਆ ਸੀ ਜਿਸ ਦਾ ਨਾਮ ਅਭਿਸ਼ੇਕ ਸੀ। ਤਾਂ ਪੁਲਿਸ ਸਮਝ ਗਈ ਕਿ ਉਸ ਪੁੱਤ ਦੇ ਵੱਲੋਂ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਣਾ। ਪਰ ਫਿਰ ਪਤਾ ਲੱਗਦਾ ਹੈ ਆਂਢ ਗੁਆਂਢ ਅਤੇ ਜਾਂਚ ਪੜਤਾਲ ਤੋਂ ਕਿ ਅਭਿਸ਼ੇਕ ਤਾਂ ਹਲੇ ਵਿਆਹਿਆ ਹੀ ਨਹੀਂ ਸੀ, ਫਿਰ ਬਹੂ ਕਿਉਂ ਲਿਖਿਆ ਗਿਆ। ਇਹ ਸਾਰਾ ਮਾਮਲਾ ਪੇਚੀਦਾ ਹੁੰਦਾ ਗਿਆ ਅਤੇ ਫਿਰ ਕੁਝ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਦੇ ਵੱਲੋਂ ਦੱਸਿਆ ਗਿਆ ਕਿ ਵਰਿੰਦਰ ਦਾ ਇੱਕ ਹੋਰ ਪੁੱਤ ਸੀ ਅਭਿਸ਼ੇਕ ਤੋਂ ਵੀ ਇਲਾਵਾ। ਅਸ਼ਵਨੀ ਉਸ ਦਾ ਨਾਮ ਦੱਸਿਆ ਜਾ ਰਿਹਾ ਤੇ ਉਹ ਵਿਆਹਿਆ ਹੋਇਆ, ਉਸ ਨੂੰ ਬੇਦਖਲ ਕੀਤਾ ਹੋਇਆ ਪਿਓ ਨੇ ਅਤੇ ਨਾਲ ਹੀ ਉਹ ਵਾਂਟਿਡ ਵੀ ਹੈ, ਜੇਲ੍ਹ ਦੇ ਵਿੱਚ ਹੈ। ਪ੍ਰਯਾਗਰਾਜ ਇਲਾਕੇ ਦੀ ਇਹ ਘਟਨਾ ਜਿੱਥੇ ਇੱਕ ਘਰ ਦੇ ਵਿੱਚ ਰਹਿੰਦੇ ਹੋਏ 3 ਜਾਣੇ ਅਤੇ ਚੌਥਾ ਉਹਨਾਂ ਦਾ ਮੁੰਡਾ ਜੋ ਕਿ ਨੀਚੇ ਹੀ ਦੁਕਾਨ ਦੇ ਵਿੱਚ ਮ੍ਰਿਤਕ ਪਾਇਆ ਗਿਆ। ਹੁਣ ਤੱਕ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਇਸੇ ਮੁੰਡੇ ਨੇ ਅਭਿਸ਼ੇਕ ਨੇ ਹੀ ਆਪਣੇ ਮਾਪਿਓ ਤੇ ਭੈਣ ਨੂੰ ਮਾਰਿਆ। ਪਰ ਇਸ ਤੋਂ ਬਾਅਦ ਜਦੋਂ ਉਸ ਦੀ ਵੀ ਮ੍ਰਿਤਕ ਦੇ ਮਿਲਦੀ ਹੈ ਜਿਸ ਦੇ ਉੱਪਰ ਪੁਲਿਸ ਨੂੰ ਪੂਰਾ ਸ਼ੱਕ ਸੀ ਤਾਂ ਸਾਰਾ ਮਾਮਲਾ ਗਰਮਾ ਜਾਂਦਾ ਹੈ। ਉਹਨਾਂ ਦੇ ਲਈ ਇਹ ਮੁਸ਼ਕਿਲ ਹੋ ਜਾਂਦਾ ਹੈ ਪਤਾ ਲਗਾਉਣਾ ਕਿ ਆਖਿਰਕਾਰ ਐਡੀ ਵੀ ਕਿਸੇ ਦੀ ਕੀ ਦੁਸ਼ਮਣੀ ਸੀ ਕਿ ਮਾਪਿਓ ਅਤੇ ਉਹਨਾਂ ਦੀ ਧੀ ਸਮੇਤ ਪੁੱਤ ਦੀ ਵੀ ਜਾਨ ਲੈ ਲਈ ਗਈ। ਤਾਂ ਇਸ ਮਗਰੋਂ ਕੁਝ ਪੜਤਾਲ ਅੱਗੇ ਵਧਦੀ ਹੈ। ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਅਤੇ ਜਦੋਂ ਕੰਧ ਦੇ ਉੱਪਰ ਲਿਖਿਆ ਹੋਇਆ ਅਤੇ ਇੱਕ ਕਾਗਜ਼ ਦੇ ਉੱਪਰ ਲਿਖਿਆ ਹੋਇਆ ਬੰਟੀ ਬਬਲੂ ਅਤੇ ਬੇਟੀ ਬਹੂ ਦੇਖਦੀ ਹੈ ਤਾਂ ਉਸ ਤੋਂ ਬਾਅਦ ਇਸ ਐਂਗਲ ਤੋਂ ਛਾਣਬੀਣ ਕਰਨੀ ਸ਼ੁਰੂ ਕਰਦੀ ਹੈ ਪੁਲਿਸ। ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਇੱਕ ਹੋਰ ਮੁੰਡਾ ਵੀ ਹੈ, ਰਿਤੂ ਉਸ ਦੀ ਪਤਨੀ ਹੈ ਤੇ ਉਹਨਾਂ ਦੀ ਲੋਕੇਸ਼ਨ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਪੁਲਿਸ ਪਤਾ ਲਗਾ ਸਕੇ ਕਿ ਆਖਿਰਕਾਰ ਉਹ ਇਸ ਪਾਸੇ ਨੂੰ ਆਈ ਸੀ ਜਾਂ ਫਿਰ ਨਹੀਂ, ਕਿਉਂਕਿ ਪੁੱਤ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ। ਤਾਂ ਫਰਾਡ ਸੀ ਇਹ ਮੁੰਡਾ, ਇਸ ਕਰਕੇ ਉਸ ਨੂੰ ਜੇਲ੍ਹ ਹੋਈ ਸੀ ਬੀਤੇ ਕੁਝ ਸਮੇਂ ਤੋਂ ਅਤੇ ਪੁਲਿਸ ਹੁਣ ਅਗਲੀ ਤਲਾਸ਼ ਸ਼ੁਰੂ ਕਰਦੀ ਹੈ ਕਿ ਆਖਿਰਕਾਰ ਇਹ ਸਭ ਕੁਝ ਹੋਇਆ ਕਿਵੇਂ ਹੈ। ਤਾਂ 1 ਜੂਨ ਦੀ ਸਵੇਰ ਨੂੰ 5 ਵਜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ। ਇੱਕ ਬੰਦਾ ਉੱਥੋਂ ਬਾਹਰ ਨਿਕਲਦਾ ਹੋਇਆ ਦਿਖਾਈ ਦਿੰਦਾ ਹੈ ਤੇ ਜਦੋਂ ਆਂਢ ਗੁਆਂਢ ਦੇ ਲੋਕਾਂ ਦੇ ਕੋਲੋਂ ਕੁਝ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਤਾਂ ਕਚੋਰੀ ਵਾਲਾ ਹੈ। ਕਚੋਰੀ ਵਾਲਾ ਸਨੀ ਗੁਪਤਾ ਜੋ ਕਿ ਨੀਚੇ ਹੀ ਜਿਹੜੀਆਂ ਦੁਕਾਨਾਂ ਨੇ ਕਿਰਾਏ ਦੇ ਉੱਪਰ ਦਿੱਤੀਆਂ ਹੋਈਆਂ ਇਸ ਪਰਿਵਾਰ ਦੇ ਵੱਲੋਂ ਉੱਥੇ ਆਪਣੀ ਦੁਕਾਨ ਚਲਾਉਂਦਾ ਹੈ। ਤਾਂ ਫਿਰ ਉਸ ਦੇ ਕੋਲੋਂ ਕੁਝ ਪੜਤਾਲ ਕੀਤੀ ਗਈ ਤਾਂ ਉਸ ਦੇ ਪੱਲਿਓਂ ਹੀ ਜਿੱਥੇ ਉਹਨੇ ਰੱਖੇ ਹੋਏ ਸੀ ਕਰੀਬ 1.5 ਕਰੋੜ ਦੇ ਗਹਿਣੇ ਨਿਕਲ ਆਉਂਦੇ ਨੇ। ਫਿਰ ਉਹ ਦੱਸਣਾ ਸ਼ੁਰੂ ਕਰਦਾ ਹੈ ਕਿ ਆਖਿਰਕਾਰ ਇਹ ਗਹਿਣੇ ਮੇਰੇ ਕੋਲ ਕਿਵੇਂ ਆ ਅਤੇ ਇਹ ਸੁਣ ਕੇ ਪੁਲਿਸ ਵਾਲੇ ਵੀ ਦੰਗ ਰਹਿ ਜਾਂਦੇ ਨੇ ਕਿ ਕਿੰਜ ਇਹ ਪਲੈਨਿੰਗ ਹੋਈ ਸੀ ਅਤੇ ਪਲੈਨਿੰਗ ਕਰਨ ਵਾਲਾ ਖੁਦ ਹੀ ਇਸ ਦੇ ਵਿੱਚ ਮਾਰਿਆ ਜਾਂਦਾ, ਉਸ ਤੋਂ ਮਾਰ ਦਿੱਤਾ ਜਾਂਦਾ। ਤਾਂ ਪਤਾ ਲੱਗਦਾ ਹੈ ਕਿ ਅਭਿਸ਼ੇਕ ਜੋ ਕਿ ਆਪਣੇ ਪਿਤਾ ਤੋਂ ਨਾਰਾਜ਼ ਸੀ ਉਸ ਨੂੰ ਬੇਦਖਲ ਕਰਤਾ ਸੀ ਪਿਤਾ ਨੇ। ਘਰ ਦਾ ਛੋਟਾ ਮੁੰਡਾ ਸੀ ਉਹ। ਇਸ ਮਗਰੋਂ ਉਹ ਕਰਜ਼ੇ ਦੇ ਵਿੱਚ ਡੁੱਬ ਜਾਂਦਾ ਹੈ ਕਿਉਂਕਿ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਦਾ ਆਦੀ ਹੁੰਦਾ ਹੈ। ਦੁਕਾਨ ਤੋਂ ਕੋਈ ਬਹੁਤਾ ਪੈਸਾ ਨਹੀਂ ਆ ਰਿਹਾ ਸੀ, ਜਿਹੜਾ ਆਂਦਾ ਵੀ ਸੀ ਉਹ ਖਰਚ ਕਰਦਾ ਸੀ ਉਹ ਅਤੇ ਕਰਜ਼ੇ ਦੇ ਹੇਠ ਥੱਲੇ ਆ ਚੁੱਕਿਆ ਸੀ। ਇਸ ਮਗਰੋਂ ਉਸਨੇ ਇੱਕ ਦਿਨ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਪਣੇ ਇਸ ਸਾਥੀ ਸਨੀ ਦੇ ਨਾਲ ਗੱਲਬਾਤ ਕੀਤੀ ਕਿ ਆਪਾਂ ਦੋਵੇਂ ਜਾਣੇ ਮਿਲ ਕੇ ਜੇਕਰ ਉਹਨਾਂ ਨੂੰ ਮਾਰ ਦਿੰਦੇ ਆ ਤਾਂ ਸਾਰਾ ਪੈਸਾ ਸਾਡਾ ਹੋਵੇਗਾ ਅਤੇ ਡੀਲ ਇਹ ਕੀਤੀ ਗਈ ਸੀ ਕਿ ਹਾਫ ਅੱਧਾ ਕੀਤਾ ਜਾਵੇਗਾ ਸਾਰਾ ਹੀ ਸੋਨੇ ਦੇ ਗਹਿਣੇ ਜਿੰਨੇ ਵੀ ਮਿਲਣਗੇ ਅਤੇ ਨਾਲ ਪ੍ਰਾਪਰਟੀ ਜਿਹੜੀ ਸੀ ਉਹ ਤਾਂ ਇਸ ਮੁੰਡੇ ਨੂੰ ਅਭਿਸ਼ੇਕ ਨੂੰ ਮਿਲ ਹੀ ਜਾਣੀ ਸੀ। ਤਾਂ ਇਹ ਤੈਅ ਹੋਇਆ ਸੀ। ਪਰ ਇਸ ਤੋਂ ਬਾਅਦ ਜਦੋਂ ਸਨੀ ਦੇ ਨਾਲ ਗੱਲ ਕਰਦੇ ਨੇ ਇਹ ਦੋਵੇਂ ਜਣੇ ਗੱਲ ਕਰ ਰਹੇ ਹੁੰਦੇ ਨੇ ਬੈਠ ਕੇ ਤਾਂ ਇਹੀ ਫੈਸਲਾ ਕੀਤਾ ਗਿਆ ਸੀ ਕਿ ਆਪਾਂ ਇੰਜਸ ਦਾ ਬਟਵਾਰਾ ਕਰਾਂਗੇ। ਤਾਂ 31 ਮਈ ਦੀ ਰਾਤ ਆ ਜਾਂਦੀ ਹੈ। ਕਚੋਰੀ ਵਾਲੇ ਦੇ ਕੋਲ ਬੈਠਾ ਹੁੰਦਾ ਅਭਿਸ਼ੇਕ। 5 ਵਜੇ ਜਾਂਦੇ ਨੇ ਇਹ ਦੋਵੇਂ ਜਣੇ ਖਾਂਦੇ ਪੀਂਦੇ ਨੇ ਅਤੇ ਉਸ ਮਗਰੋਂ ਆਪਣੀ ਪਲੈਨਿੰਗ ਦੇ ਤਹਿਤ ਸਾਜ਼ਿਸ਼ ਦੇ ਤਹਿਤ ਆਪਣੇ ਘਰ ਦੇ ਅੰਦਰ ਦਾਖਲ ਹੁੰਦਾ। ਇਹਨਾਂ ਨੂੰ ਇਸ ਸਮੇਂ ਇੰਜ ਸੀ ਕਿ ਭੈਣ ਸੋ ਰਹੀ ਹੋਣੀ ਹੈ ਜਾਂ ਫਿਰ ਆਪਣੇ ਮਾਪਿਓ ਦੇ ਕੋਲ ਹੋਣੀ ਹੈ, ਪਰ ਉਹ ਉਸ ਦਿਨ ਪੌੜੀਆਂ ਤੇ ਬੈਠੀ ਸੀ ਤੇ ਉੱਥੇ ਹੀ ਭਰਾ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਹੈ, ਬੇਰਹਿਮੀ ਦੇ ਨਾਲ ਮਾਰਿਆ ਜਾਂਦਾ ਹੈ ਤੇ ਫਿਰ ਉਹ ਅੰਦਰ ਜਾ ਕੇ ਆਪਣੇ ਮਾਪਿਓ ਦੇ ਨਾਲ ਵੀ ਇੰਜ ਕਰਦਾ ਅਤੇ ਫਿਰ
ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। 1.5 ਕਰੋੜ ਦੇ ਗਹਿਣੇ ਇੱਥੋਂ ਚੋਰੀ ਕਰ ਲਏ ਜਾਂਦੇ ਨੇ ਅਤੇ ਬਾਕੀ ਦਾ ਸਾਰਾ ਸਮਾਨ ਜਿਵੇਂ ਕਿ ਫੋਨ, ਲੈਪਟਾਪ, ਹਥਿਆਰ, ਇਹ ਸਾਰਾ ਕੁਝ ਇੱਕ ਪਾਣੀ ਦੀ ਟੈਂਕੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਸਾਰੇ ਹੀ ਸਬੂਤ ਲੁਕੋਏ ਜਾ ਸਕਣ ਅਤੇ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਾ ਹੋਵੇ, ਫੋਨ ਦੀ ਲੋਕੇਸ਼ਨ ਟਰੈਕ ਨਾ ਹੋਵੇ। ਪਰ ਇੱਥੇ ਜਦੋਂ ਪੁਲਿਸ ਦੇ ਵੱਲੋਂ ਆ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਹਨਾਂ ਸਭ ਕੁਝ ਲੱਭਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਇਸ ਮਗਰੋਂ ਸਨੀ ਦੱਸਦਾ ਹੈ ਕਿ ਅਸੀਂ ਚੋਰੀ ਤਾਂ ਕਰ ਲਈ ਸੀ ਅਤੇ ਉਸ ਤੋਂ ਬਾਅਦ ਅਸੀਂ ਦੁਕਾਨ ਤੇ ਆ ਗਏ, ਗਹਿਣੇ ਵੰਡਣ ਦਾ ਕੰਮ ਸ਼ੁਰੂ ਹੁੰਦਾ ਹੈ। ਉਸ ਮੌਕੇ ਤੇ ਅਭਿਸ਼ੇਕ ਦੀ ਨੀਅਤ ਬਦਲ ਜਾਂਦੀ ਹੈ ਅਤੇ ਉਹ 4-5 ਕੜੇ ਮੈਨੂੰ ਦੇਖ ਕੇ ਕਹਿੰਦਾ ਹੈ ਕਿ ਤੇਰਾ ਇੰਨਾ ਹੀ ਬਣਦਾ ਹੈ ਅਤੇ ਹੁਣ ਤੂੰ ਇੱਥੋਂ ਚਲਾ ਜਾ। ਪਰ ਇਸ ਮਗਰੋਂ ਸਨੀ ਸੀ ਜਿਹੜਾ ਕਚੋਰੀਆਂ ਵਾਲਾ, ਉਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਦੁੱਖ ਹੁੰਦਾ ਹੈ ਕਿ ਮੈਂ ਇਹਦੇ ਕਹਿਣ ਤੇ ਸਭ ਕੁਝ ਕੀਤਾ ਅਤੇ ਉਹਨੇ ਸੋਚਿਆ ਕਿ ਜਿਹੜਾ ਇਨਸਾਨ ਆਪਣੇ ਮਾਪਿਓ ਦੇ ਨਾਲ ਇੰਜ ਕਰ ਸਕਦਾ ਉਹ ਮੈਨੂੰ ਵੀ ਮਾਰ ਸਕਦਾ ਹੈ। ਇਸ ਕਰਕੇ ਹੁਣ ਮੈਂ ਹੀ ਇਸ ਨੂੰ ਖਤਮ ਕਰ ਦਵਾਂ। ਇਸ ਤੇ ਚੱਲਦੇ ਹੋਏ ਸਨੀ ਗੁਪਤਾ ਦੇ ਵੱਲੋਂ ਕਚੋਰੀ ਵਾਲੇ ਦੇ ਵੱਲੋਂ ਅਭਿਸ਼ੇਕ ਨੂੰ ਮਾਰ ਦਿੱਤਾ ਗਿਆ ਸੀ ਅਤੇ ਫਿਰ ਉਸਨੇ ਸਾਰੇ ਗਹਿਣੇ ਆਪਣੇ ਕੋਲ ਰੱਖ ਲਏ ਸੀ। ਪਰ ਇਸ ਤੋਂ ਪਹਿਲਾਂ ਉਹ ਦੱਸਦਾ ਹੈ ਕਿ ਉਸਨੇ ਇਸੇ ਘਰ ਦੇ ਅੰਦਰ ਜਾ ਕੇ ਆਪਣੇ ਕੱਪੜੇ ਬਦਲੇ ਸੀ। ਵਰਿੰਦਰ ਜੋ ਕਿ ਇਸ ਘਰ ਦੇ ਮਾਲਕ ਸਨ, ਉਹਨਾਂ ਦੇ ਕੱਪੜੇ ਪਾਏ ਗਏ ਸੀ। ਇਸ ਕਚੋਰੀ ਵਾਲੇ ਨੇ ਉਹਨਾਂ ਦੇ ਘਰ ਜਾ ਕੇ ਪਹਿਲਾਂ ਨਹਾਇਆ ਧੋਇਆ ਤੇ ਫਿਰ ਕੱਪੜੇ ਬਦਲੇ ਤੇ ਨਾਲ ਹੀ ਵਰਿੰਦਰ ਦੇ ਜੁੱਤੇ ਵੀ ਇਸਨੇ ਪਾ ਲਏ ਸੀ। ਪਰ ਜਦੋਂ ਇਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੇ ਮਨ ਦੇ ਵਿੱਚ ਆਇਆ ਕਿ ਜਦੋਂ ਹੁਣ ਮੈਂ ਜੁੱਤੇ ਲੈ ਕੇ ਜਾ ਰਿਹਾ ਤਾਂ ਕੋਈ ਨਾ ਕੋਈ ਪਹਿਚਾਣ ਲਵੇਗਾ ਕਿ ਇਹ ਵਰਿੰਦਰ ਦੇ ਹੀ ਜੁੱਤੇ ਨੇ, ਉਹੀ ਇਸ ਤਰ੍ਹਾਂ ਦੇ ਚੱਪਲਾਂ ਪਾਉਂਦੇ ਨੇ। ਤਾਂ ਇਸ ਮਗਰੋਂ ਉਹ ਇੱਕ ਵਾਰ ਫਿਰ ਤੋਂ ਆਪਣੀਆਂ ਚੱਪਲਾਂ ਨੂੰ ਧੋਂਦਾ ਹੈ ਜੋ ਪਾ ਕੇ ਉਸਨੇ ਖੂਨ ਕੀਤਾ ਸੀ ਸਾਰਿਆਂ ਦਾ, ਧੋ ਕੇ ਉਹ ਵਾਪਸ ਚਲਾ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਦਾ ਪਤਾ ਇੱਕ CCTV ਫੁਟੇਜ ਦੇ ਆਧਾਰ ਤੇ ਲੱਗ ਜਾਂਦਾ ਹੈ ਕਿਉਂਕਿ ਜਿਸ ਸਮੇਂ ਉਹ ਇੱਥੋਂ ਬਾਹਰ ਆ ਰਿਹਾ ਸੀ CCTV ਕੈਮਰਿਆਂ ਦੇ ਵਿੱਚ ਕੈਦ ਹੋ ਗਿਆ ਸੀ। PM ਰਿਪੋਰਟ ਵੀ ਆ ਗਈ ਸੀ ਕਿ ਉਸ ਸਮੇਂ ਤੱਕ ਇਹਨਾਂ ਦੀ ਜਾਨ ਜਾ ਚੁੱਕੀ ਹੈ। ਤਾਂ ਅਭਿਸ਼ੇਕ ਦੇ ਉੱਪਰ ਇਹ ਸਾਰਾ ਇਲਜ਼ਾਮ ਸੀ ਜਿਹੜਾ ਉਹ ਲੱਗ ਰਿਹਾ ਸੀ ਅਤੇ ਉਸ ਦਾ ਨਾਮ ਵੀ ਸਾਹਮਣੇ ਆਇਆ। ਪਰ ਜਿਸ ਤਰੀਕੇ ਦੇ ਨਾਲ ਉਸ ਦੇ ਮਨ ਦੇ ਵਿੱਚ ਲਾਲਚ ਆਇਆ, ਉਸਨੇ ਸਨੀ ਗੁਪਤਾ ਦੇ ਨਾਲ, ਕਚੋਰੀ ਵਾਲੇ ਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਮਗਰੋਂ ਉਹ ਆਪ ਹੀ ਇਸ ਦਾ ਸ਼ਿਕਾਰ ਹੋ ਗਿਆ। ਇਸ ਮਗਰੋਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੰਧ ਦੇ ਉੱਪਰ ਬੇਟੀ ਅਤੇ ਬਹੂ ਕਿਉਂ ਲਿਖਿਆ ਗਿਆ ਸੀ, ਬੇਟਾ ਅਤੇ ਬਹੂ ਕਿਉਂ ਲਿਖਿਆ ਗਿਆ, ਬੰਟੀ ਬਬਲੀ ਕਿਉਂ ਲਿਖਿਆ ਗਿਆ। ਤਾਂ ਉਸ ਦਾ ਜਵਾਬ ਸੀ ਕਿ ਇਹ ਸਾਰਾ ਆਈਡੀਆ ਵੀ ਅਭਿਸ਼ੇਕ ਦਾ ਹੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਦੇ ਵੱਡੇ ਪੁੱਤ ਨਾਲ ਨਹੀਂ ਬਣਦੀ ਅਤੇ ਉਹ ਚਾਹੁੰਦਾ ਸੀ ਕਿ ਤਿੰਨਾਂ ਦੇ ਮਰਨ ਦਾ ਸ਼ੱਕ ਵੀ ਉਸ ਦੇ ਉੱਪਰ ਜਾਵੇ ਅਤੇ ਉਹ ਖੁਦ ਸਾਰੀ ਪ੍ਰਾਪਰਟੀ ਦਾ ਮਾਲਕ ਬਣ ਜਾਵੇ। ਪਰ ਉਹ ਆਪ ਹੀ ਇਸ ਪੂਰੇ ਜਾਲ ਨੂੰ ਰਚਦਾ ਤੇ ਆਪ ਹੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ। ਇੱਕ ਪੁੱਤ ਜਿਹਨੇ ਆਪਣੇ ਮਾਪਿਓ ਅਤੇ ਭੈਣ ਨੂੰ ਮਾਰਿਆ, ਅੰਤ ਦੇ ਵਿੱਚ ਉਹ ਖੁਦ ਵੀ ਇਸੇ ਜਾਲ ਦੇ ਅੰਦਰ ਹੀ ਉਸੇ ਦਿਨ ਹੀ ਮਾਰਿਆ ਜਾਂਦਾ ਹੈ। ਕਾਰਨ ਸਿਰਫ ਲਾਲਚ ਰਿਹਾ ਅਤੇ ਉਹ ਦੁਕਾਨਦਾਰ ਜੋ ਕਿ ਨੀਚੇ ਹੀ ਦੁਕਾਨ ਤੇ ਲੱਗਿਆ ਹੋਇਆ ਸੀ, ਕਚੋਰੀ ਵਾਲੇ ਦੇ ਨਾਮ ਨਾਲ ਮਸ਼ਹੂਰ ਸੀ ਸਨੀ ਗੁਪਤਾ, ਉਸਨੇ ਹੀ ਇਸ ਸਾਰੇ ਟੱਬਰ ਨੂੰ ਖਤਮ ਕਰ ਦਿੱਤਾ। ਪਰ ਉਹ ਅਭਿਸ਼ੇਕ ਦੇ ਕਹਿਣ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕਰਦਾ ਹੈ ਪਰ ਐਂਡ ਦੇ ਵਿੱਚ ਉਹ ਖੁਦ ਹੀ ਮਾਸਟਰਮਾइंड निकलता है। पहले उसके बेटे अभिषेक और अभियुक्त सनी गुप्ता ने मिलकर करी और उसके बाद सनी गुप्ता ने अभिषेक के साथ जब पैसे का और सामान का बंटवारा जो वहाँ से सोना चुराया गया था उसका बंटवारा जो लूटा गया था उसका बंटवारे को लेकर के सनी गुप्ता और अभिषेक के बीच वाद विवाद हुआ और अभिषेक की भी सनी गुप्ता ने हत्या कर दी। तीनों की बॉडी हम लोगों ने वीरेंद्र वैश्य के घर से बरामद करी थी कल शाम को। 12 घंटे के अंदर पुलिस ने खुलासा किया है और सनी गुप्ता को गिरफ्तार किया है। पहले हम लोगों को यह प्रतीत हुआ था कि तीनों जो माँ बाप और उसकी बेटी की हत्या उसी के बेटे अभिषेक ने करी है, लेकिन बाद में हम लोगों ने पूरा घर छाना लगभग 1 घंटे तक और उसकी चूँकि दुकान पे ताला लगा हुआ था और घर में भी ताला लगा हुआ था तो दुकान का ताला भी तोड़ा गया, घर का भी ताला तोड़ा गया। दुकान का जब ताला तोड़ा गया तो उसमें अभिषेक का भी शव बरामद हुआ। तब ये गुत्थी उलझ गई थी, लेकिन बाद में CCTV कैमरे और सर्विलांस की मदद से हम लोगों ने इसको सुलझा लिया है। उसमें सनी गुप्ता को हमने अरेस्ट किया गया है। सनी गुप्ता ने स्वीकार किया है कि 31 तारीख को शाम 5 बजे वह उसको 3 बजे के आसपास उसको अभिषेक ने बुलाया था और अभिषेक और उन्होंने बैठकर साथ में बियर पी और कचौरी आदि खाई। उसके बाद में इन लोगों ने प्लानिंग करी अपने माँ बाप को मारने की, अभिषेक ने, और बहन को मारने की, क्योंकि उसको संपत्ति से बेदखल कर दिया था वीरेंद्र वैश्य ने। इसी को प्लानिंग के तहत उन्होंने उसको मारने, दोनों को मारा और बहन को भी मारा और मारने के बाद वहाँ का जो जेवरात थे माँ बाप के और बहन के, वो जेवरात ले लिए और नीचे अपनी दुकान में आ गया। दुकान में जेवरात को बांटने को लेकर के दोनों के बीच ये बात हुई थी कि आधा आधा बांटेंगे और पूरी प्रॉपर्टी तुम्हारी होगी है। इस वाद विवाद को लेकर के उसने कम सामान देने की कोशिश करी, तो इस लालच में आकर के सनी गुप्ता ने अभिषेक की भी हत्या कर दी उसी रॉड से जिस रॉड से माँ बाप की हत्या की थी।
अभिषेक ने और उन दोनों ने मिलकर के उस रॉड से अभिषेक की भी हत्या कर दी और वहीं अपने कपड़े डाल दिए क्योंकि खून से छन गए थे। अभिषेक की जो टी शर्ट थी वो भी खून से छनी हुई थी अपने माँ बाप की हत्या करते वक्त, तो उसकी टी शर्ट को हमने बरामद किया है वहाँ के सिंटेक्स से, टंकी जो पानी में थी। फिर यह वहाँ पर कंटिन्यूअस रात भर रहा है, साफ सफाई करी है, पूरा ब्लड को धोया है और सर्फ और डिटर्जेंट और इसके अलावा जो टॉयलेट क्लीनर्स होता है जिसका बिजनेस इसका बेटा अभिषेक करता था, वह सामान सभी बॉडीज़ पे इसने डाला है, खुद नहाया है और पूरा चुराया हुआ सामान, लूटा हुआ सामान अपने दुकान जो पास में ही उसकी दुकान उसी कॉम्प्लेक्स में है इसी सनी गुप्ता की, जिसमें वो कचौरी और दुकान लगाता है समोसे की, उसी दुकान में इसने छिपा दिया और ताले बंद करके चाबियां उसमें रख करके अपने घर चला गया। 2 दिन बाद कल जब घटना की जानकारी पुलिस को हुई तब पुलिस ने तत्परता से लगते हुए पूरे घटनास्थल का विजिट किया, एक एक वहाँ की चीज़ को छाना और एविडेंस कलेक्ट किए। उसी एविडेंस के आधार पर शनि गुप्ता को गिरफ्तार किया है और शनि गुप्ता ने अपना जुर्म कबूल भी किया है। साथ ही अभिषेक भी था शुरुआत के, जो बेटा है उनका, लेकिन चौथा अभिषेक और इसका शनि गुप्ता अकेले ने किया। अभिषेक का और पूरा सामान लेके चला गया। 100% रिकवरी, 1 किलो के आसपास सोना और बाकी 400 ग्राम 360 ग्राम के आसपास चांदी बरामद करी है, जो वो गहना है उसके माँ बाप का और बहन का, वो इससे बरामद हुआ है। लगभग इसकी कीमत 1.5 करोड़ से ऊपर है, पूरे की 1.5 करोड़ से भी ऊपर कीमत है इसकी लूटे हुए सामान की। और ये 12 घंटे में बरामदगी के लिए जो पुलिस टीम जिसने वर्कआउट किया है इसको हम लोगों ने 50,000 का इनाम दिया है टीम को। साथ ही SSI कोतवाली मुलायम सिंह यादव को हमने निलंबित किया है और प्रभारी चौकी सवतमाला को भी निलंबित किया है लापरवाही के लिए, वहाँ पर चौकी से इतनी नज़दीक घटना होने को लेकर के। और हम लोग जो हमारा इसकी इन्वेस्टिगेशन को तेज़ी से करेंगे और पूरी साक्ष्यों की रिकवरी करते हुए अभियुक्त को माननीय न्यायालय से सजा दिलाएंगे। देखिए, हाँ, पुलिस ने जब पूरी घटनाक्रम को हमने चेक किया है, पूरे घर को चेक किया है, तो वहाँ पर एक अभिषेक और यह शनि गुप्ता अभिषेक अपने माँ बाप को जब मार रहा था तब उनको यह हुआ कि भाई पुलिस हमें पकड़ ना ले, इसलिए पुलिस की दिशा को या जांच की दिशा को घुमाने के लिए उसने दीवार पर भी बहू और बेटा शब्द लिख दिया। साथ ही एक तख्त पर, एक कार्डबोर्ड पर उसने बंटी, बबली और बहू ने मारा, इस तरह के शब्द लिख दिए ताकि पुलिस उस अभिषेक पे शक ना करे, क्योंकि बंटी और बबली जो इसके बेटे हैं, दूसरे बेटे हैं अश्विनी वैश्य, मृतक वीरेंद्र वैश्य के दूसरे बेटे अश्विनी वैश्य और उसकी बेबहू दोनों क्रिमिनल है और पहले कई बार जेल जा चुके हैं साइबर फ्रॉड्स में और पब्लिक के साथ फ्रॉड में। 25-25 हज़ार का इनाम रहा है। वर्तमान में अश्विनी जो है वो कौशाम्बी जेल में बंद है और उसकी बीवी है वो बाहर है, उसकी गैंग भी है। हालांकि उस पर भी हमने काम किया, लेकिन अल्टीमेटली हम लोगों की सही दिशा में काम करते हुए हम लोगों ने इनको सही को पकड़ा। और अभिषेक ये चाहता था कि बंटी और बबली पे, जो इसका दूसरा बेटा और बहू है, उस पर पुलिस का शक जाएगा क्योंकि वो क्रिमिनल है और पुलिस शायद उन्हीं को अरेस्ट करेगी। और इस वजह से चूंकि अकेला वारिस था, ये बाकी भाई जेल में है, अकेला वारिस था, तो पूरी प्रॉपर्टी और दुकानों पे इसका लालच था और अपने बाप इससे चूंकि इसको भी संपत्ति से बेदखल कर दिया था। पहले बेटे को बेदखल किया था, अब इसको भी बेदखल कर दिया था और इसके पास पैसे की तंगी थी, इसी को लेकर के इसने हत्याकांड को अंजाम दिया है और मानवीय रिश्तों को शर्मसार किया।